ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਜਹਾਰਾ ਜ਼ਹੂਰ, ਹਾਜ਼ਰਾ ਹਜ਼ੂਰ, ਵਾਲੀਆ ਕੁਲ ਆਲਮ, ਗਰੀਬ ਨਵਾਜ, ਸ਼ਬਦ ਗੁਰੂ ਤਖਤ 'ਤੇ ਬਿਰਾਜਮਾਨ ਦਸੋ ਪਾਤਸ਼ਾਹੀਆਂ ਦੀ ਜਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਜੀਉ ਮਨ ਤਨ ਪ੍ਰਾਣ ਪ੍ਰਭ ਕੇ, ਦੀਏ ਸਭ ਰਸ ਭੋਗ, ਦੀਨ ਬੰਧਵ ਜੀ ਦਾਤਾ, ਸਰਨ ਰਾਖਣ ਜੋਗ। ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਲਿਵ ਲਾਓ। ਅਰਹਾਉ ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ,
गुरु प्यारी गुरु सवारी गुरु रूप साध संगत जीओ, अज दे पावन पवित्र शब्द जिन्हां तो अज दी इस पावन विचार नूं प्रारंभ करना है। पंचम पातशाह धन धन साहिब श्री गुरु अर्जन देव जी महाराज उन्हां दी पावन पवित्र मुखार बिंद तो उचारण होए ये पावन शब्द राग आसा दे अंदर धन धन साहिब श्री गुरु ग्रंथ साहिब महाराज जियां दे पावन पवित्र मुकद्दस अंग 405 ਦੇ ਉੱਪਰ ਸਭਾਏਮਾਨ ਹਨ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਫਰਮਾਨ ਕੀਤਾ, ਸਮਝਾਉਣਾ ਕੀਤਾ, ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ ਏਕ ਸਿਉ ਨਿਵਲਾਓ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਉਣਾ ਕੀਤਾ, ਕਹਿੰਦੇ हे ਮੇਰੇ ਮਨਾ, ਤੂੰ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਰਿਹਾ ਕਰ। ਮੇਰੇ ਮਨ ਧਿਆਏ ਹਰ ਹਰ ਨਾਉ, ਤੂੰ ਸਦੀਵ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ। ਕਿਉਂ? क्योंकि परमात्मा ही इस लोक विच ते परलोक विच तेरी सहायता करने वाला है। हलत पलत सुहाए संगे एक स्यों लिवलाओ। मेरे मना जे तू सिमरना है तो उस अकाल पुरख परमात्मा नूं सिमरिया कर। क्योंकि अकाल पुरख परमेश्वर परमात्मा वो हलत पलत लोक विच भी सहायता करने वाला है, परलोक अंदर भी सहायता करने वाला है। इस करके सतगुरु कहन लगे कि तू केवल ते केवल एक अकाल पुरख परमेश्वर परमात्मा दे नाल ही अपनी सुरत नूं जोड़ के रखना कर। तेरी बिरती तेरी सुरत केवल ते केवल उस अकाल पुरख परमेश्वर परमात्मा नाल ही जुड़ी होनी चाहिए है। क्योंकि होर कोई भी हस्ती इन्हां दोनों थावां विच रखिया नहीं कर सकती। जे कोई लोक विच रखिया कर सकता तो परलोक अंदर नहीं करेगा। एक अकाल पुरख परमेश्वर का नाम ऐसी वस्तु है जिहड़ी लोक अंदर भी सहायता करे ते परलोक अंदर भी सहायता करे। अगे सतगुरु कहते जियो मन तन प्राण प्रभ के दिए सब रस भोग। हे भाई आ जिहड़ी जिंद मिली है ना, जियो आ जिंद आ मन ते आ जिहड़ा शरीर मिलिया ते शरीर के अंदर जिहड़े सवास चलते पे ने ते दूसरे पासे दिए सब रस भोग। हुण सतगुरु ने समझाया है, कहते भाई इस गल नूं समझियो, आ जिहड़ी तेरी जिंद है, आ जिहड़ा तेनू मन मिलिया, आ जिहड़ा तेनू तंदुरुस्त शरीर मिलिया है, शरीर दे अंदर तेरे प्राण ने सवास चलते ने, आ दुनिया के सारे स्वाद लई पदार्थ चेते रखियां सब कुछ परमात्मा दे दिते हुए ने। ये सब कुछ उस दाते की बख्शिश है। ये उस दाते का दिता होया है। दीन बंदप जी दाता शरण राखण जोग, दीन बंदप शरण दाता।
ਕਹਿੰਦੇ ਭਾਈ ਉਹ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਉਹ ਦੀਨ ਬੰਦਪ ਗਰੀਬਾਂ ਦਾ ਅਸਲ ਸੰਬੰਧੀ, ਬੰਦਪ ਦੇ ਅਰਥ ਨੇ ਸਾਕ ਸੰਬੰਧੀ ਹੁੰਦਾ। ਕਹਿੰਦੇ ਭਾਈ ਜਿਹੜੇ ਗਰੀਬ ਦੇ ਅਰਥ, ਜਿਹੜਾ ਬੰਦਾ ਮਨ ਕਰਕੇ ਗਰੀਬ ਹੋਵੇ, ਜਿਹੜਾ ਮਨ ਕਰਕੇ ਗਰੀਬ ਹੈ, ਬਿਰਤੀ ਕਰਕੇ, ਸੁਰਤ ਕਰਕੇ, ਔਗਣਾਂ ਤੋਂ ਬਚਿਆ ਹੋਇਆ ਹੈ, ਮਨ ਵਿੱਚ ਨਿਮਰਤਾ ਹੈ, ਉਹ ਅਕਾਲ ਪੁਰਖ ਪਰਮਾਤਮਾ ਉਹਨਾਂ ਦਾ ਸੰਬੰਧੀ ਹੈ ਅਤੇ ਦੀਨ ਬੰਦਪ ਜੀ ਦਾਤਾ ਪਰਮਾਤਮਾ ਹੀ ਆਤਮਿਕ ਜੀਵਨ ਦੇਣ ਵਾਲਾ, ਪਰਮਾਤਮਾ ਹੀ ਸ਼ਰਨ ਪੈ ਦੀ ਰਾਖੀ ਕਰਨ ਵਾਲਾ। ਇਹ ਸਭ ਕੁਝ ਜੇ ਸਮਰੱਥਾ ਹੈ ਤਾਂ ਉਸ ਪਰਮਾਤਮਾ ਦੇ ਵਿੱਚ ਦੀਨ ਬੰਦਪ ਜੀ ਦਾਤਾ ਸ਼ਰਨ ਰਾਖਣ ਯੋਗ। ਭਾਈ ਜਿਹੜਾ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰੂ ਕਹਿੰਦੇ ਉਹ ਸ਼ਰਨ ਆਏ ਦੀ ਲਾਜ ਰੱਖਣ ਵਾਲਾ ਹੈ। ਇਹ ਹੈ ਉਹਦੀ ਸਮਰੱਥਾ, ਰਾਖੀ ਕਰਨ ਵਾਲਾ ਹੈ। ਤੇ ਅੱਗੇ ਹੁਣ ਸਤਿਗੁਰੂ ਕਹਿਣ ਲੱਗੇ, ਕਿਰਪਾ ਕੀਤੀ ਸਤਿਗੁਰੂ ਜੀ ਨੇ, ਕਹਿਣ ਲੱਗੇ ਭਾਈ ਵੇਦ ਸ਼ਾਸਤਰ ਜਨ ਧਿਆਵੈ ਤਰਨ ਕਉ ਸੰਸਾਰ, ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ। ਵੇਦ ਸ਼ਾਸਤਰ ਜਨ ਧਿਆਵੈ, ਭਾਈ ਜਿਹੜੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤਰਾਂ ਨੂੰ ਵਿਚਾਰਦੇ ਨੇ ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ ਅਨੇਕਾਂ ਧਾਰਮਿਕ ਕੰਮ ਵੀ ਕਰਦੇ ਨੇ, ਸਾਧਨ ਵੀ ਕਰਦੇ ਨੇ ਕਿ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ। ਵੇਦ ਸ਼ਾਸਤਰ ਜਨ ਧਿਆਵੇ ਤਰਨ ਕਉ ਸੰਸਾਰ, ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਸਤਿਗੁਰੂ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਦਾ, ਸ਼ਾਸਤਰਾਂ ਨੂੰ, ਵੇਦਾਂ ਨੂੰ ਵਿਚਾਰਦੇ ਨੇ, ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ ਅਨੇਕਾਂ ਧਾਰਮਿਕ ਕਰਮ ਵੀ ਕਰਦੇ ਨੇ, ਸਾਧਨ ਕਰਦੇ ਨੇ, ਪਰ ਪਰਮਾਤਮਾ ਦਾ ਨਾਮ ਸਿਮਰਨ ਸਤਿਗੁਰੂ ਕਹਿੰਦੇ ਕਿ ਐਸਾ ਧਾਰਮਿਕ ਕਰਮ ਹੈ, ਇੱਕ ਐਸਾ ਉੱਤਮ ਕਦਮ ਹੈ, ਉਦਮ ਹੈ ਜੋ ਉਹਨਾਂ ਮਿਥੇ ਹੋਏ ਸਭ ਧਾਰਮਿਕ ਕੰਮਾਂ ਨਾਲੋਂ ਉੱਚਾ ਅਤੇ ਸ੍ਰੇਸ਼ਟ ਗਿਣਿਆ ਗਿਆ। ਭਾਵ ਕਿ ਜੇ ਤੂੰ ਸੰਸਾਰ ਸੁਣ ਤੋਂ ਤਰਨਾ ਹੈ ਤਾਂ ਕੇਵਲ ਤੇ ਕੇਵਲ ਤੂੰ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ, ਕਿਉਂਕਿ ਪਰਮਾਤਮਾ ਦਾ ਨਾਮ ਆ ਵੇਦਾਂ ਤੇ ਸ਼ਾਸਤਰਾਂ ਦੱਸੇ ਧਾਰਮਿਕ ਕਰਮ ਕਾਂਡਾਂ ਨਾਲੋਂ ਕਿਤੇ ਉੱਚਾ ਤੇ ਸੁੱਚਾ ਹੈ, ਜਿਹਦੇ ਬਾਰੇ ਗੁਰਬਾਣੀ ਨੇ ਫਰਮਾਨ ਕੀਤਾ ਹੈ, ਆਪ ਡੁੱਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਏ। ਜਿਹੜੇ ਭਾਈ ਆਪ ਇਹਨਾਂ ਕਰਮ ਕਾਂਡਾਂ ਵਿੱਚ ਡੁੱਬ ਜਾਣ, ਉਹਨਾਂ ਦੇ ਚੇਲੇ ਚਪਟੇ ਵੀ ਵਿੱਚੇ ਹੀ ਵਹਿ ਜਾਂਦੇ ਨੇ ਇੰਨੇ ਵਹਿਣਾਂ ਵਿੱਚ, ਕਿਉਂਕਿ ਸਤਿਗੁਰੂ ਕਹਿਣ ਲੱਗੇ ਇਹਨਾਂ ਕਰਕੇ ਵੇਦਾਂ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਾਂਡਾਂ ਕਰਕੇ ਤੂੰ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਜੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਸਿਮਰੀ, ਉਸ ਦਾਤੇ ਦਾ ਸਿਮਰਨ ਐਸਾ ਇੱਕ ਧਾਰਮਿਕ ਉਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਦੇ ਨਾਲੋਂ ਉੱਚਾ ਤੇ ਸੁੱਚਾ ਹੈ, ਸ੍ਰੇਸ਼ਟ ਹੈ। ਕਾਮ ਕ੍ਰੋਧ ਅਹੰਕਾਰ ਬਿਨਸਾਏ,
मिले सतगुर देव, नाम दृढ़ कर भगत हर की, भली प्रभ की सेव। अगे सतगुरु कहन लगे काम क्रोध अहंकार बिनसे। भाई जिहड़ा मनुख मिले सतगुर देव, जिहड़ा मनुख पूर्ण गुरु नूं गुरुदेव नूं मिल पैंदा है ते गुरु की सिक्ख्या अनुसार परमात्मा का नाम सिमरदा है, उहदे मन विचों आ काम क्रोध अहंकार कहंदे आ काम वासना दूर हो जाती है। सतगुरु नूं मिलिया, सतगुरु की सिक्ख्या ते तुरिया, क्योंकि सतगुरु की सिक्ख्या की है? आ बाणी, पवित्र बाणी, ये सतगुरु की सिक्ख्या है। जिहड़ा मनुख सतगुरु की सिक्ख्या के उत्ते तुरेगा, सतगुरु कहंदे भाई जिहड़ा मनुख पहला कर्म के पूर्ण गुरु नूं मिलना, जिहड़ा मनुख पूर्ण गुरु नूं मिल पैंदा है, उहदी सिक्ख्या अनुसार अकाल पुरख परमेश्वर परमात्मा दे नाम नूं सिमरदा है, ਉਹਦੇ मन ਵਿੱਚੋਂ काम वासना दूर हो जाती है। ਉਹਦੇ काम क्रोध ते अहंकार विनसे, ਉਹਦੇ मन चों काम वासना दूर हो गई, ਉਹਦੇ अंदरों क्रोध खत्म हो गया, ਉਹਦੇ अंदरों हंकार खत्म हो जाता है। सतगुरु कहते भाई नाम दृढ़ कर भगत हर की, भली प्रभ की सेव। नाम दृढ़ कर भगत हर की, कहते देख तू अपने हृदय अंदर अकाल पुरख परमेश्वर परमात्मा दे नाम नूं पक्का कर, पूर्ण तौर पर टिका के रखी। परमात्मा की भगती करया कर, परमात्मा की सेवा भगती ही तेरे लिए सब तो उत्तम श्रेष्ठ कर्म है। भली कार जिन्हों कहने असी चंगा कर्म, चंगा काम, बस जे तेरे लिए चंगा कर्म है तो वह है कि तू बाकी सारे कर्म कांडा नूं त्याग, सारे कर्म कांडा नूं छड्डना कर ते केवल उस अकाल पुरख परमात्मा के नाम नूं उहनूं सिमरिया कर। उहदे सिमरन की बरकत ऐसी तेरे अंदरों काम खत्म हो जाएगा, काम वासना दूर हो जाएगी, क्रोध मिटेगा, हंकार खत्म हो जाएगा। बस शर्त कि तू उस परमात्मा के नाम नूं सिमरे। अगे सतगुरु जी ने कृपा की, चरण सरन दयाल तेरी, तू न माणे मान, जी प्राण आधार तेरा, नानक का प्रभ ताण। इस पावन शब्द दियां अखीरलियां पावन पंक्तियां ने सतगुरु कहते चरण सरन दयाल तेरी, तू नमाणे मान। हे दयाल, हे दया दे घर, हे मेरे दाता जी, मैं तेरे चरनां दी ओट लई है। चरण सरन, मैं तेरे चरनां दी सरन विच आया वां, मैं तेरे चरनां दी ओट लई है, तू दया दा घर है। हे मेरे दाता, मैं तेरे चरनां दा लिया ओट आसरा, तू नमाणे मान। ते दाता जिन्हां नूं कोई ना पुछे उन्हां दा मान तू बन जांदा है। तू नमाणिया दा मान है, जिन्हां नूं कोई भी तरजीह नहीं दिंदा, जिन्हां नूं समाज विच कोई तरजीह ना देवे, जिन्हां नूं समाज विच कोई पुछे ना, उन्हां दा मान तू बनदा है। इस करके तू दया दा घर है। मैं आप जी दी चरण सरन विच आया हाँ, मैं तेरे चरनां दी ओट लई है। तां फिर अगे जी प्राण आधार तेरा, नानक का प्रभमान। कहते मेरे दाता,
ਮੈਨੂੰ ਆਪਣੇ ਜਿੰਦ ਵਾਸਤੇ ਪਣਾ ਵਾਸਤੇ ਤੇਰਾ ਸਹਾਰਾ ਹੈ। ਤੇ ਸਤਿਗੁਰੂ ਕਹਿੰਦੇ ਹੇ ਭਾਈ ਦਾਸ ਨਾਨਕ ਦਾ ਆਸਰਾ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਹੈ। ਜੀ ਪ੍ਰਾਣ ਆਧਾਰ ਤੇਰਾ, ਹੇ ਮੇਰੇ ਦਾਤਾ ਮੇਰੀ ਜਿੰਦ ਦਾ ਮੇਰੇ ਸਵਾਸਾਂ ਦੇ ਲਈ ਮੈਨੂੰ ਤੇਰਾ ਹੀ ਆਧਾਰ ਤੇਰਾ ਆਸਰਾ ਹੈ। ਨਾਨਕ ਕਾ ਪ੍ਰਵਤਾਨ ਤੇ ਹੇ ਮੇਰੇ ਦਾਤਾ ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈ, ਤੂੰ ਹੀ ਮੇਰੀ ਸਭ ਤੋਂ ਵੱਡੀ ਓਟ ਹੈ। ਆਸਾ ਮਹਲਾ ਪੰਜਵਾ। ਡੋਲ ਡੋਲ ਮਹਾ ਦੁਖ ਪਾਇਆ, ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ। ਪਾਰ ਬ੍ਰਹਮ ਇੱਕ ਰੰਗ, ਹਰ ਕੋ ਨਾਮ ਜਪੀਏ ਨੀਤ। ਸਾਸ ਸਾਸ ਧਿਆਏ ਸੋ ਪ੍ਰਭ, ਤਿਆਗ ਅਵਰ ਪ੍ਰੀਤ ਰਹਾਉ। ਅਗਲੇ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਰਪਾ ਕੀਤੀ। ਸਤਿਗੁਰੂ ਸਮਝਾਉਣ ਲੱਗੇ ਹਰ ਕੋ ਨਾਮ ਜਪੀਏ ਨੀਤ। ਹੇ ਭਾਈ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਹਰ ਸਮੇਂ ਜਪਣਾ ਚਾਹੀਦਾ ਹੈ। ਨਿਤ ਜਪਿਆ ਕਰੀਏ। ਕਿਵੇਂ ਜਪਣਾ ਹੈ? ਹੁਣ ਜਪਣ ਦਾ ਅੱਗੇ ਸਤਿਗੁਰੂ ਦੱਸਦੇ ਨੇ ਸਾਸ ਸਾਸ ਧਿਆਏ ਸੋ ਪ੍ਰਭ। ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੂੰ ਹਰ ਇੱਕ ਸਵਾਸ ਦੇ ਨਾਲ ਜਪਿਆ ਕਰ। ਹਰ ਕੋ ਨਾਮ ਜਪੀਏ ਨੀਤ। ਭਾਈ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਨਿਤ ਜਪਣਾ ਹੈ। ਤੇ ਜਪਣਾ ਕਿਵੇਂ ਹੈ? ਹਰ ਇੱਕ ਸਵਾਸ ਨਾਲ ਜਪਣਾ ਹੈ। ਸਾਸ ਸਾਸ ਧਿਆਏ ਸੋ ਪ੍ਰਭ। ਉਸ ਪਰਮਾਤਮਾ ਨੂੰ ਹਰ ਇੱਕ ਸਵਾਸ ਨਾਲ ਜਪਣਾ ਕਰੀਏ। ਤੇ ਨਾਲ ਇੱਕ ਗੱਲ ਸਤਿਗੁਰੂ ਨੇ ਹੋਰ ਸਮਝਾਉਣੀ ਕੀਤੀ। ਕਹਿੰਦੇ ਭਾਈ ਤਿਆਗ ਅਵਰ ਪ੍ਰੀਤ। ਕਹਿੰਦੇ ਹੇ ਭਾਈ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਹੈ। ਤੇ ਹਰੇਕ ਸਵਾਸ ਨਾਲ ਜਪਣਾ ਹੈ। ਉਸ ਪਰਮਾਤਮਾ ਨੂੰ ਹਰੇਕ ਸਵਾਸ ਨਾਲ ਸਿਮਰਨਾ ਹੈ। ਤੇ ਨਾਲ ਦੂਸਰੀ ਗੱਲ ਤਿਆਗ ਅਵਰ ਪ੍ਰੀਤ। ਹੋਰ ਸਾਰੀਆਂ ਜਿਹੜੀਆਂ ਪ੍ਰੀਤਾਂ ਨੇ ਉਹਨਾਂ ਨੂੰ ਤਿਆਗਣਾ ਹੈ। ਇਹ ਨਹੀਂ ਕਿ ਰਾਮ ਰਾਮ ਵੀ ਜਪੀਏ, ਵਾਹਿਗੁਰੂ ਵੀ ਜਪਣਾ ਕਰੀਏ ਤੇ ਸਾਡੀ ਜਿਹੜੀ ਅੰਦਰੂਨੀ ਪ੍ਰੀਤ ਹੈ ਉਹ ਕੇਵਲ ਦੁਨਿਆਵੀ ਪਦਾਰਥਾਂ ਨਾਲ ਜੁੜੀ ਹੋਵੇ, ਦੁਨਿਆਵੀ ਸਾਕ ਸੰਬੰਧੀਆਂ ਨਾਲ ਜੁੜੀ ਹੋਵੇ। ਸਤਿਗੁਰੂ ਕਹਿੰਦੇ ਨਹੀਂ, ਪ੍ਰੀਤ ਵੀ ਤੇਰੀ ਉਸ ਅਕਾਲ ਪੁਰਖ ਪਰਮਾਤਮਾ ਨਾਲ ਹੀ ਹੋਵੇ ਤੇ ਉਸ ਦਾਤੇ ਨੂੰ ਸਵਾਸ ਨਾਲ ਜਪਣਾ ਵੀ ਕਰਿਓ। ਫਿਰ ਕੀ ਹੋਵੇ? ਕਹਿੰਦੇ ਡੋਲ ਡੋਲ ਮਹਾ ਦੁਖ ਪਾਇਆ, ਬਿਨਾ ਸਾਧੂ ਸੰਗ। ਸਤਿਗੁਰੂ ਕਹਿੰਦੇ ਦੇਖ ਤੇਰੇ ਦੁੱਖਾਂ ਦਾ ਕਾਰਨ ਸਭ ਤੋਂ ਵੱਡਾ ਕੀ ਹੈ? ਇਹ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ। ਹੇ ਮੇਰੇ ਮਨਾ ਬਿਨਾ ਸਾਧੂ ਸੰਗ ਗੁਰੂ ਦੀ ਸੰਗਤ ਤੋਂ ਵਾਂਝਿਆ ਰਹਿ ਗਿਆ ਤੂੰ। ਸਤਿਗੁਰੂ ਦੀ ਸੰਗਤ ਤੋਂ ਵਾਂਝਿਆ ਰਹਿ ਕੇ ਅਸਲ ਸਹਾਈ ਪਰਮਾਤਮਾ ਵੱਲੋਂ ਤੂੰ ਸਿਦਕ ਹੁਣ ਹੋ ਗਿਆ, ਡੋਲ ਗਿਆ ਤੂੰ। ਇਹ ਬਹੁਤ ਵੱਡੀ ਸਾਡੀ ਵਿਡੰਬਣਾ ਹੈ। ਬਹੁਤ ਵਾਰ ਮੈਂ ਬੇਨਤੀ ਕਰਦਾ ਹੁੰਦਾ ਕਿ ਮਨੁੱਖ ਦਾ ਸੁਭਾਅ ਸਾਡਾ ਐਸਾ ਬਣ ਗਿਆ, ਕੁਝ ਅਸੀਂ ਸਾਡੀਆਂ ਖਵਾਇਸ਼ਾਂ ਸਾਡੀਆਂ ਆਸ਼ਾ ਜਿਹੜੀਆਂ ਨੇ ਉਹ ਵਧਾ ਹੀ ਅਸੀਂ ਇੰਨੀਆਂ ਲਈਆਂ ਕਿ ਜੇ ਇੱਥੇ ਅੱਜ ਅਰਦਾਸ ਕੀਤੀ ਤੇ ਸਾਡੀ ਉਹ ਆਸ਼ਾ ਜਿਹੜੀ ਹੈ, ਸਾਡੀ ਉਹ ਖਵਾਇਸ਼ ਉਹ ਸਾਡੀ ਪੂਰੀ ਨਹੀਂ ਹੋਈ ਤੇ ਅਸੀਂ ਡੋਲ ਜਾਂਦੇ ਹਾਂ। ਉਸ ਖਵਾਇਸ਼ ਦੀ ਖਾਤਰ, ਉਸ ਆਸ਼ਾ ਦੀ ਖਾਤਰ, ਉਸ ਕੰਮ ਦੀ ਖਾਤਰ ਫਿਰ ਅਸੀਂ ਕਈ ਥਾਵਾਂ 'ਤੇ ਭਟਕ ਜਾਂਦੇ। ਡੋਲ ਗਏ ਨਾ, ਅਸੀਂ ਆਪਣੇ ਅਕੀਦੇ ਤੋਂ ਡੋਲ ਗਏ। ਡੋਲਣ ਕਰਕੇ ਫਿਰ ਅਸੀਂ ਕਈ ਥਾਵਾਂ 'ਤੇ ਭਟਕੇ ਤੇ ਜਿਹੜੀ ਭਟਕਣਾ ਸੀ ਉਹ ਭਟਕਣਾ ਫਿਰ ਬਣਦੀ ਹੈ ਦੁੱਖ ਦਾ ਕਾਰਨ। ਸਤਿਗੁਰੂ ਕਹਿੰਦੇ ਦੇਖ ਡੋਲ ਡੋਲ ਮਹਾ ਦੁੱਖ ਪਾਇਆ। ਤੂੰ ਜਦੋਂ ਡੋਲ ਗਿਆ, ਜਦੋਂ ਪਰਮਾਤਮਾ ਤੋਂ
ਤੂੰ ਸਿਦਕ ਹੁਣ ਹੋ ਗਿਆ ਨਾ, ਸਿਦਕ ਤੈਨੂੰ ਰਿਹਾ। ਕਿਉਂਕਿ ਅਸੀਂ 7 ਦਾਨ ਵੇਖੋ ਮੰਗੇ, ਅਰਦਾਸ ਦੇ ਅੰਦਰ ਸਿਦਕ ਵੀ ਮੰਗਿਆ, ਭਰੋਸਾ ਵੀ ਮੰਗਿਆ, ਇਹ ਸਾਰਾ ਕੁਝ ਅਸੀਂ ਮੰਗਿਆ। 7ਵਾਂ ਦਾਨ ਨਾਮ ਦਾ ਦਾਨ ਮੰਗਿਆ, ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਦਾਨ ਹੈ, ਸ੍ਰੇਸ਼ਟ ਦਾਨ ਹੈ, ਉਹ 7ਵਾਂ ਦਾਨ ਮੰਗਿਆ। ਸਿਦਕ ਮੰਗਿਆ, ਭਰੋਸਾ ਮੰਗਿਆ, ਸਿੱਖੀ ਮੰਗੀ, ਸਾਰਾ ਕੁਝ ਮੰਗਦੇ ਅਸੀਂ। ਪਰ ਜੇਕਰ ਤੇਰੇ ਅੰਦਰ ਸਿਦਕ ਨਹੀਂ, ਭਰੋਸਾ ਨਹੀਂ, ਤਾਂ ਸਤਿਗੁਰੂ ਕਹਿੰਦੇ ਫਿਰ ਤੈਨੂੰ ਦੁੱਖਾਂ ਤੋਂ ਕੋਈ ਬਚਾ ਵੀ ਨਹੀਂ ਸਕਦਾ, ਫਿਰ ਤੈਨੂੰ ਦੁੱਖਾਂ ਤੋਂ ਕੋਈ ਬਚਾਵੇਗਾ ਨਹੀਂ। ਜੇ ਤੇਰੇ ਅੰਦਰ ਭਰੋਸਾ ਨਹੀਂ, ਸਿਦਕ ਨਹੀਂ, ਤੇ ਤੂੰ ਡੋਲ ਗਿਓ ਤੇ ਤੂੰ ਦੁੱਖਾਂ ਤੋਂ ਕਦੇ ਬਚ ਨਹੀਂ ਸਕਦਾ। ਤੇਰੇ ਦੁੱਖਾਂ ਦਾ ਕਾਰਨ ਕੀ ਹੈ? ਡੋਲ ਡੋਲ ਮਹਾਂ ਦੁੱਖ ਪਾਇਆ, ਬਿਨਾ ਸਾਧੂ ਸੰਗ। ਕਹਿੰਦੇ ਭਾਈ ਤੂੰ ਬਿਨਾ ਸਾਧੂ ਸੰਗ, ਸਤਿਗੁਰੂ ਦੀ ਪੂਰਨ ਗੁਰੂ ਦੀ ਸੰਗਤ ਤੋਂ ਬਿਨਾ ਤੂੰ ਉਸ ਪਰਮਾਤਮਾ ਤੋਂ ਹੋ ਗਿਆ ਸਿਦਕਹੀਣ, ਡੋਲ ਗਿਆ ਤੂੰ। ਬਸ ਇਸੇ ਕਰਕੇ, ਕਿਉਂਕਿ ਤੂੰ ਸੰਗਤ ਨਹੀਂ ਕੀਤੀ, ਸੰਗਤ ਨਾ ਕਾਣ ਕਰਕੇ ਤੈਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਬਣਿਆ ਤੇ ਤੂੰ ਡੋਲ ਗਿਆ ਹੈ, ਤੇ ਇਸੇ ਕਰਕੇ ਮਹਾਂ ਦੁੱਖ ਪਾਇਆ। ਇਹ ਤੇਰੇ ਦੁੱਖਾਂ ਦਾ ਕਾਰਨ ਸ਼ੁਰੂ ਹੋ ਗਿਆ, ਇਸ ਕਰਕੇ ਤੂੰ ਦੁੱਖ ਪਾਇਆ। ਅੱਗੇ ਸਤਿਗੁਰੂ ਦੇ ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇੱਕ ਰੰਗ, ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇੱਕ ਰੰਗ। ਭਾਈ ਜਦੋਂ ਤੂੰ ਗੁਰੂ ਤੋਂ ਬੇਮੁਖ ਹੋ ਗਿਓ, ਸੰਗਤ ਵੀ ਨਹੀਂ ਕੀਤੀ, ਤੈਨੂੰ ਫਿਰ ਰੱਬ ਤੇ ਪ੍ਰਮਾਤਮਾ 'ਤੇ ਭਰੋਸਾ ਨਹੀਂ ਰਿਹਾ, ਤੂੰ ਡੋਲ ਗਿਓ, ਸਿਦਕੀਣ ਹੋ ਗਿਆ ਹੈ, ਫਿਰ ਤੈਨੂੰ ਤੇਰੇ ਦੁੱਖ ਸ਼ੁਰੂ ਹੋਏ, ਫਿਰ ਤੇਰੇ ਦੁੱਖਾਂ ਦਾ ਕਾਰਨ ਬਣਿਆ। ਤੇ ਇਹੀ ਸਤਿਗੁਰੂ ਕਹਿੰਦੇ ਜਦੋਂ ਤੂੰ ਸਿਦਕਹੀਣ ਹੋ ਕੇ ਬੜਾ ਦੁੱਖ ਸਹਾਰਦਾ ਰਿਹਾ, ਹੁਣ ਤਾਂ ਹਰੀ ਨਾਮ ਦਾ ਸਵਾਦ ਚੱਖਣਾ ਕਰ। ਸਤਿਗੁਰੂ ਕਹਿੰਦੇ ਹੁਣ ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇੱਕ ਰੰਗ। ਕਹਿਣ ਲੱਗੇ ਭਲਿਆ ਹੁਣ ਹਰੀ ਪਰਮਾਤਮਾ ਦੇ ਨਾਮ ਦੇ ਸਵਾਦ ਨੂੰ ਚੱਖਣਾ ਕਰ, ਇੱਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ। ਇਹੀ ਹੈ ਜੀਵਨ ਦਾ ਲਾਭ, ਇਹੀ ਹੈ ਤੇਰੇ ਸਭ ਤੋਂ ਵੱਡੀ ਖੱਟੀ ਤੇਰੇ ਲਈ ਹੈ। ਜੇ ਕਹੀਏ ਕਿ ਜਿਹੜਾ ਤੈਨੂੰ ਮਨੁੱਖਾ ਜੀਵਨ ਮਿਲਿਆ ਵਾ, ਜੇ ਤੂੰ ਕਹਵੇਂ ਵੀ ਇਹਦੀ ਖੱਟੀ, ਇਹਦਾ ਲਾਭ ਕੀ ਹੈ, ਇਹਦਾ ਇਹੋ ਹੀ ਲਾਭ ਹੈ ਕਿ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਸਤਿਗੁਰੂ ਕਹਿੰਦੇ ਇੱਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣੀ, ਇਹ ਹੈ ਜੀਵਨ ਦਾ ਲਾਭ, ਇਹ ਹੈ ਤੇਰੇ ਜੀਵਨ ਦੀ ਸਭ ਤੋਂ ਅਸਲ ਖੱਟੀ ਲਾਭ ਹੈ ਤੇਰੇ ਲਈ। ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ ਸਾਗ ਤਿਆਗ ਸਗਲ ਸਿਆਣਪ, 8 ਪਹਿਰ ਪ੍ਰਭ ਜਾਪ। ਹੁਣ ਅੱਗੇ ਸਤਿਗੁਰੂ ਕਿਰਪਾ ਕਰਕੇ ਸਮਝਾਉਣ ਲੱਗੇ, ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ, 8 ਪਹਿਰ ਪ੍ਰਭ ਜਾਚ। ਭਾਈ ਦੁੱਖਾਂ ਤੋਂ ਛੁਟਕਾਰਾ ਪਾਉਣਾ ਨਾ ਤੂੰ, ਬੜੀਆ ਧਿਆਨ ਨਾਲ ਸੁਣਿਓ ਜਗਾ। ਸਤਿਗੁਰੂ ਕਹਿੰਦੇ ਜੇ ਦੁੱਖਾਂ ਤੋਂ ਛੁਟਕਾਰਾ ਪਾਉਣਾ, ਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਹੋਰ ਸਾਰੀਆਂ ਜਿਹੜੀਆਂ ਤੇਰੀਆਂ ਚਤਰਾਈਆਂ ਨਾ, ਇਹ ਚਤਰਾਈਆਂ ਛੱਡ ਪਹਿਲਾ ਕੰਮ। ਤਿਆਗ ਸਗਲ ਸਿਆਣਪਾਂ, ਕਿਉਂਕਿ ਜਿਹੜੀ ਤੇਰੀ ਸਿਆਣਪ ਆ ਨਾ, ਉਹ ਤੇਰੀ ਸਿਆਣਪ ਤੇਰੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਇਹ ਆਪਣੀਆਂ ਸਿਆਣਪਾਂ ਛੱਡ, ਆਪਣੀ ਮੱਤ ਛੱਡ, ਮਨ ਮਤ ਨਾ ਕਰ, ਗੁਰਮਤ ਧਾਰਨ ਕਰ ਲਾ, ਗੁਰੂ ਦੀ ਮਤ ਧਾਰਨ ਕਰ। ਕਿਉਂਕਿ ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਵੀ ਅਸੀਂ ਗੁਰੂ ਨਾਲੋਂ ਸਿਆਣੇ ਨਹੀਂ, ਅਸੀਂ ਬੇਸ਼ੱਕ ਕਿੰਨੀਆਂ ਵੀ ਡਿਗਰੀਆਂ ਕੀਤੀਆਂ ਹੋਣ, ਕਿੰਨੀ ਵੀ ਦੁਨਿਆਈ ਪੜ੍ਹਾਈ ਕੀਤੀ ਹੋਵੇ, PhDਆਂ ਕੀਤੀਆਂ ਹੋਣ, MPhil ਕੀਤੀ ਹੋਵੇ, ਕਿੰਨੇ ਪੜ੍ਹੇ ਹੋਈਏ, ਪਰ ਅਸੀਂ ਸਤਿਗੁਰੂ ਨਾਲੋਂ ਸਿਆਣੇ ਨਹੀਂ ਹੋ ਸਕਦੇ ਕਿਸੇ ਹਾਲਤ ਵਿੱਚ ਵੀ। ਤਾਂ ਸਾਨੂੰ ਸਤਿਗੁਰੂ ਵਾਰ-ਵਾਰ ਇਹ ਗੱਲ ਸਮਝਾਉਂਦੇ, ਤਿਆਗ ਸਗਲ ਸਿਆਣਪਾਂ, 8 ਪਹਿਰ ਪ੍ਰਭ ਜਾਪ। ਭਾਈ ਜੇ ਤੂੰ ਚਾਹੁੰਦਾ ਵੀ ਮੇਰਾ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ, ਫਿਰ ਤੂੰ ਆਪਣੀ ਸਿਆਣਪ ਛੱਡ, ਪਹਿਲਾਂ ਕਰਮ ਤੈਅ ਕਰ।
ਜੇ ਤੂੰ ਦੁੱਖਾਂ ਤੋਂ ਛੁਟਕਾਰਾ ਪਾਉਣਾ ਤੇ ਆ ਹੋਰ ਸਾਰੀਆਂ ਤੇਰੀਆਂ ਜਿਹੀਆਂ ਚਲਾਕੀਆਂ ਚੁਸਤੀਆਂ ਇਹ ਸਿਆਣਪਾਂ ਇਹਨਾਂ ਨੂੰ ਛੱਡ ਤੇ 8 ਪੈਰ ਪ੍ਰਭ ਜਾਪ, 8 ਪੈਰ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਿਆ ਕਰ, ਉਸ ਦਾਤੇ ਦੇ ਨਾਮ ਨੂੰ ਜਪਿਆ ਕਰ। ਅੱਗੇ ਸਤਿਗੁਰ ਦੇ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ। ਕਹਿੰਦੇ ਭਾਈ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਨੂੰ ਸਾਰੇ ਜਗਤ ਦਾ ਮੂਲ ਹੈ, ਮੁੱਢ ਹੈ, ਉਹ ਕਰਨ ਕਾਰਨ ਸਮਰੱਥ ਹੈ ਉਹ ਸੋ ਪ੍ਰਭ ਉਹ ਅਕਾਲ ਪੁਰਖ ਪਰਮਾਤਮਾ ਭਾਈ ਉਹ ਸਾਰੇ ਜਗਤ ਦਾ ਮੂਲ ਹੈ, ਕਰਨ ਕਾਰ ਸਮਰੱਥ ਹੈ ਤੇ ਦੁੱਖ ਦੂਰ ਕਰਨ ਦੇ ਵੀ ਸਮਰੱਥ ਹੈ। ਸੋ ਪ੍ਰਭ ਜੀ ਦਾਤਾ ਆਪ, ਉਹ ਆਪ ਆਤਮਕ ਜੀਵਨ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰੂ ਸਮਝਾਉਣ ਲੱਗੇ ਤੂੰ ਆਪਣੀਆਂ ਸਿਆਣਪਾਂ ਛੱਡ ਦੇ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ 8 ਪੈਰ ਸਿਮਰਿਆ ਕਰ, ਫਿਰ ਤੂੰ ਦੁੱਖਾਂ ਤੋਂ ਬਚ ਸਕਦਾ ਹੈ। ਜੇ ਤੂੰ ਆਪਣੀ ਸਿਆਣਪ ਧਾਰਨ ਕਰਕੇ ਉਸ ਪਰਮਾਤਮਾ ਤੋਂ ਮੁਨਕਰ ਹੋ ਜਾਵੇਂਗਾ ਤੇ ਫਿਰ ਤੂੰ ਦੁੱਖਾਂ ਤੋਂ ਬਚ ਨਹੀਂ ਸਕਦਾ, ਫਿਰ ਦੁੱਖ ਤੈਨੂੰ ਸਤਾਉਣਗੇ ਹੀ ਸਤਾਉਣਗੇ। ਮੀਤ ਸਖਾ ਸਹਾਏ ਸੰਗੀ, ਊਚ ਅਗਮ ਅਪਾਰ, ਚਰਨ ਕਮਲ ਬਸਾਏ ਹਿਰਦੈ, ਜੀ ਕੋ ਆਧਾਰ। ਅੱਗੇ ਸਤਿਗੁਰੂ ਨੇ ਸਮਝਾਇਆ, ਕਹਿੰਦੇ ਮੀਤ ਸਖਾ ਸਹਾਏ ਸੰਗੀ, ਊਚ ਅਗਮ ਅਪਾਰ। ਭਾਈ ਉਹ ਦਾਤਾ ਜਿਹੜਾ ਨਾ ਸਭ ਤੋਂ ਉੱਚਾ ਤੇ ਅਪਹੁੰਚ ਹੈ, ਬੇਅੰਤ ਹੈ। ਤੇ ਜਿਹੜੀ ਗੱਲ ਅਗਲੀ ਕਹੀ ਨਾ ਸਤਿਗੁਰੂ ਨੇ, ਮੀਤ ਸਖਾ, ਕਹਿੰਦੇ ਉਹਦੇ ਤੋਂ ਵੱਡਾ ਮਿੱਤਰ ਵੀ ਕੋਈ ਨਹੀਂ ਤੇਰਾ, ਇਹ ਵੀ ਗੱਲ ਚੇਤੇ ਰੱਖੀ। ਉਹ ਸਾਰਿਆਂ ਤੋਂ ਉੱਚਾ ਤੇ ਸੁੱਚਾ ਹੈ, ਅਗਮ ਅਪਹੁੰਚ ਹੈ, ਅਪਾਰ, ਜਿਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਅਕਾਲ ਪੁਰਖ ਪਰਮਾਤਮਾ ਅਸਲ ਵਿੱਚ ਤੇਰਾ ਸਾਥੀ ਹੈ, ਅਸਲ ਵਿੱਚ ਤੇਰਾ ਮਿੱਤਰ ਉਹ ਹੈ। ਤੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣ। ਹੁਣ ਚੱਲਦਿਆਂ ਨਾਲ ਚੱਲਣ ਦੇ ਅਰਥ ਤਾਂ ਇਹੀ ਕਰਾਂਗੇ ਨਾ ਵੀ ਜਿਹੜਾ ਦੁਨੀਆ ਦਾ ਮਿੱਤਰ ਆ ਉਹ ਤਾਂ ਇੱਥੇ ਰਹਿ ਗਿਆ, ਉਹ ਤਾਂ ਜਿਉਂਦੇ ਜੀ, ਕਈ ਵਾਰੀ ਜਿਉਂਦੇ ਜੀ ਵੀ ਮਿੱਤਰਤਾ ਛੱਡ ਕੇ ਪਾਸੇ ਹੋ ਜਾਂਦੇ ਨੇ। ਮੁਸੀਬਤ ਪਈ ਤੋਂ ਪਤਾ ਲੱਗਦਾ ਵੀ ਅਸਲ ਮਿੱਤਰ ਕੌਣ ਹੈ। ਮੁਸੀਬਤ ਪਈ ਤੋਂ ਕੋਈ ਮਿੱਤਰ ਵੀ ਛੱਡ ਕੇ ਤੁਰ ਜਾਵੇਗਾ, ਤੇ ਜੇ ਕੋਈ ਨਿਭਾ ਵੀ ਗਿਆ ਤੇ ਉਹਨਾਂ ਚੱਕਰ ਹੈ ਜਿੰਨਾ ਚੱਕਰ ਤੇਰੇ ਅੰਦਰ ਸਵਾਸ ਚੱਲਦੇ ਨੇ, ਉਦੋਂ ਬਾਅਦ ਤੇਰਾ ਕੋਈ ਮਿੱਤਰ ਨਹੀਂ, ਉਦੋਂ ਬਾਅਦ ਕੋਈ ਤੇਰਾ ਸਾਖ ਸੰਬੰਧੀ ਨਹੀਂ। ਹਾਂ, ਸਤਿਗੁਰੂ ਕਹਿੰਦੇ ਚੇਤੇ ਰੱਖੀ, ਜੇ ਤੇਰਾ ਅਸਲ ਵਿੱਚ ਤੇਰਾ ਮਿੱਤਰ ਹੈ ਨਾ, ਤੇ ਉਹ ਹੈ ਅਸਲ ਵਿੱਚ ਅਕਾਲ ਪੁਰਖ ਪਰਮਾਤਮਾ। ਮੀਤ ਸਖਾ ਸਹਾਏ ਸੰਗੀ, ਊਚ ਅਗਮੇ ਅਪਾਰ, ਚਰਨ ਕਮਲ ਬਸਾਏ ਹਿਰਦੈ, ਜੀ ਕੋ ਆਧਾਰ। ਕਹਿੰਦੇ ਦੇਖ, ਸਭ ਤੋਂ ਉੱਚਾ, ਅਪਹੁੰਚ ਤੇ ਬੇਅੰਤ, ਪਾਰਾਵਾਰ ਤੋਂ ਰਹਿਤ, ਉਹ ਪਰਮਾਤਮਾ ਹੀ ਤੇਰਾ ਅਸਲ ਵਿੱਚ ਮਿੱਤਰ ਹੈ, ਅਸਲ ਵਿੱਚ ਤੇਰਾ ਦੋਸਤ ਹੈ, ਅਸਲ ਵਿੱਚ ਤੇਰਾ ਸਾਥੀ ਹੈ। ਉਹ ਹੀ ਤੇਰੀ ਸਹਾਇਤਾ ਕਰਨ ਦੇ ਸਮਰੱਥ ਹੈ। ਤੇ ਸਤਿਗੁਰੂ ਕਹਿੰਦੇ ਫਿਰ ਐਂ ਕਰ, ਜਦੋਂ ਤੈਨੂੰ ਗੱਲ ਇਹ ਸਮਝਾਤੀ ਵੀ ਤੇਰਾ ਅਸਲ ਮਿੱਤਰ ਪਰਮਾਤਮਾ ਆਇਆ, ਉਹ ਦਾਤੇ ਨੇ ਹੀ ਲੋਕ ਵਿੱਚ ਤੇਰੀ ਸਹਾਇਤਾ ਕਰਨੀ ਹੈ, ਉਸ ਪਰਮਾਤਮਾ ਨੇ ਹੀ ਪਰਲੋਕ ਅੰਦਰ ਤੇਰੀ ਸਹਾਇਤਾ ਕਰਨੀ ਹੈ। ਫਿਰ ਸਤਿਗੁਰੂ ਕਹਿੰਦੇ ਚਰਨ ਕਮਲ ਬਸਾਏ ਹਿਰਦੈ, ਜੀ ਕੋ ਆਧਾਰ। ਕਹਿੰਦੇ ਭਾਈ ਪਰ ਉਸ ਦਾਤੇ ਦੇ ਸੋਹਣੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ। ਸੋਹਣੇ ਚਰਨ ਕਮਲ ਭਾਵ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖ। ਸਤਿਗੁਰੂ ਕਹਿੰਦੇ ਉਹੀ ਤੇਰੀ ਜਿੰਦ ਦਾ ਅਸਲ ਸਹਾਰਾ ਹੈ, ਉਹੀ ਤੇਰੀ ਜਿੰਦ ਦਾ ਅਸਲ ਸਾਥੀ ਹੈ। ਕਰ ਕਿਰਪਾ ਪ੍ਰਭ ਪਾਰ ਬ੍ਰਹਮ, ਗੁਣ ਤੇਰਾ ਜਸ ਗਾਊ, ਸਰਬ ਸੁਖ ਵੱਡੀ ਵਡਿਆਈ, ਜਪ ਜਪ ਜੀਵੇ ਨਾਨਕ ਨਾਉ। ਆਖੀਰ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਰ ਕਿਰਪਾ ਪਾਰ
कर कृपा प्रभ पार ब्रह्म, गुण तेरा जस गाऊं, सर्ब सुख वड्डी वड्याई, जप जीवे नानक नाऊं। हे मेरे दाता जी, हे पार ब्रह्म परमेश्वर जीओ, आप नदरे कर्म करियो, किरपा करके ये मेरे ते कृपा करी, मेहर कर दे कि मैं सदैव तेरे ही गुण गाउंदा रहा। कर कृपा प्रभ पार ब्रह्म, हे पार ब्रह्म परमेश्वर परमात्मा, तुसी मेरे ते नदरे कर्म करो, किरपा करो, बख्शिश करो कि गुण तेरा जस गाऊं, मैं दिन रात आप जी दे गुण गावां, आप जी दे जस नूं गाउणा करां, आप जी दी मैं सिफत सलाह करां, ते तेरी सिफत सलाह विच ही अगली गल सर्ब सुख। दाता मैनू मेरे सतगुरु ने समझाया कि तेरे दुखों का कारण है तू संगत तो टुट गयो, डोल डोल महा दुख पाया बिना साधु संग, क्योंकि तू कदे सतगुरु की संगत नहीं की। जे संगत ना करन करके तेनू उस परमात्मा ते भरोसा नहीं बनया, तू डोल गया है, तो ये तेरा ना भरोसा बनने करके, डोलन करके आ जिन्ने भी दुख ने ये तेनू आके घेरते ने। हुण मेरे सतगुरु ने कृपा की, मैनू ये गल समझा दी है, तो इस करके मेरे दाता तू मेरे ते मेहर करी, बख्शिश करी, मैं सदा तेरे गुण गाउंदा रहा, तेरे नाम नू जपां, तेरी सिफत सलाह करदा रहा। क्यों? क्योंकि तेरी सिफत सलाह विच ही सारे सुख हैं। सर्ब सुख वड्डी वड्याई, जप जीवे नानक नाऊ, क्योंकि दाता तेरे सिफत सलाह करन विच, तेरे नाम जपण दे विच सारे सुख ने, ते वड्डी इज्जत भी मिलती है, सुख भी मिलते ने, लोक अंदर भी इज्जत मिलती है, पर लोक अंदर भी इज्जत मई। रे रे दरगे कहे ना को, आओ बैठ आदर शुभ देऊ। भाई जे तेरे कोले नाम दा परवाना है, नाम दी दात है, तो सतगुरु ने समझा दिता, रे रे दरगे कहे ना को, तैनू कदे भी उस परमात्मा के घर विचों कोई धक्के मार के नहीं कढ़ेगा। रे रे दरगे का अर्थ हुंदा भी जा भाई परे हो, रे रे दरगे कहे ना को, की होवेगा? आओ बैठ आदर शुभ देऊ, उत्थे तेरा आदर होवेगा, सत्कार होवेगा, इज्जत मिलेगी। हाँ, शर्त यह है कि तेरे कोले पास होना चाहिए, एक परवाना होना चाहिए। वो परवाना है नाम का, तो जिहदे कोले नाम का परवाना है, जिहदे कोले नाम का पास है, सतगुरु कहंदे उहनूं लोक विच भी इज्जत मिलती है, परलोक विच भी इज्जत मिलती है। इस करके मेरे दाता, मेरे सतगुरु ने मेरे ते कृपा की, मैनू समझा दिता कि नाम दे विच सुख है। इस करके तुसी मेरे ते कृपा कर दिओ। कर कृपा पार प्रभ पार ब्रह्म, हे दाता तू मेरे ते कृपा करी, हे परमेश्वर, हे परमात्मा, हे प्रभु जीओ, कृपा करो गुण तेरा जस गाऊं। मैं दाता जी आप जी दे गुण नूं गाउंदा रवां, आप जी दी मैं सिफत सलाह करदा रहा। ते क्यों करनी है? क्योंकि तेरी सिफत सलाह दे विच सारे सुख ने, ते वड्डी इज्जत भी मिलती है। सुख भी है, सर्ब सुख वड्डी वड्याई, सुख भी है ते इज्जत मान भी मिलता है। इस करके जप जीवै नानक नाऊं। सतगुरु कहते हे दाता, तेरा दास नानक तेरे नाम नूं सिमर के आत्मक जीवन प्राप्त करता है। इस करके कृपा करियो कि मैं सदा आप जी के नाम नूं जपदा रहा जी। बोलना जी सतनाम श्री वाहिगुरू साहिब जी। गुरु रूप